ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਜਿਵੇਂ ਕਿ ਤੁਸੀਂ ਜਾਣਦੇ ਹੋ ਆਪਾਂ ਆਪਣੇ ਚੈਨਲ ਤੇ ਸਾਇੰਸ ਦੀ ਪ੍ਰੀਪਰੇਸ਼ਨ ਕਰ ਰਹੇ ਹਾਂ ਕੰਪੀਟੀਟਿਵ ਐਗਜ਼ਾਮਸ ਦੇ ਲਈ। ਅਗਰ ਤੁਸੀਂ ਚੈਨਲ ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਸੋ ਦੈਟ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ। ਹਾਂਜੀ, ਅੱਜ ਆਪਾਂ ਕੈਮਿਸਟਰੀ ਦੀ ਸੀਰੀਜ਼ ਨੂੰ ਕੰਟੀਨਿਊ ਕਰਾਂਗੇ ਜੋ ਤੁਹਾਡੇ ਮਾਸਟਰ ਕੈਡਰ ਐਗਜ਼ਾਮ ਦੇ ਲਈ ਇੰਪੋਰਟੈਂਟ ਹੋਊਗੀ। ਕਲੀਅਰ, ਸਟਾਰਟ ਕਰਦੇ ਹਾਂ। ਆਪਾਂ ਲਾਸਟ ਕੀਤਾ ਸੀ ਥਰਮੋਡਾਇਨਾਮਿਕਸ ਦਾ ਪਾਰਟ 1। ਅੱਜ ਆਪਾਂ ਪਾਰਟ 2 ਕਰਾਂਗੇ। ਆਈ ਹੋਪ ਤੁਸੀਂ ਪਾਰਟ 1 ਦੇਖ ਚੁੱਕੇ ਹੋ ਐਂਡ ਤੁਹਾਨੂੰ ਥਰਮੋਡਾਇਨਾਮਿਕਸ ਦਾ ਮੀਨਿੰਗ ਐਂਡ ਬੇਸਿਕ ਕਲੀਅਰ ਹੋ ਚੁੱਕੇ। ਦੇਖੋ, ਅਗਰ ਤੁਹਾਨੂੰ ਪਾਰਟ 1 ਕਲੀਅਰ ਨਹੀਂ ਹੈਗਾ ਤਾਂ ਤੁਸੀਂ ਪਾਰਟ 2 ਜਦੋਂ ਸਮਝੋਗੇ ਉਹਦੇ ਵਿੱਚ ਤੁਹਾਨੂੰ ਕੀ ਹੈ ਡਾਊਟ ਆਉਣਗੇ, ਤਾਂ ਇਸ ਲਈ ਪਾਰਟ 1 ਕਲੀਅਰ ਕਰਨਾ ਬਹੁਤ ਜ਼ਿਆਦਾ ਕੀ ਹੈ ਜ਼ਰੂਰੀ ਹੈ। ਠੀਕ ਹੈ ਜੀ, ਕਲੀਅਰ। ਤਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਲਾਸਟ ਦੇਖੋ ਆਪਾਂ ਗੱਲ ਕੀਤੀ ਸੀ ਸਿਸਟਮਸ ਬਾਰੇ, ਸਿਸਟਮਸ ਦੀਆਂ ਟਾਈਪਸ ਨੂੰ ਡਿਸਕਸ ਕੀਤਾ ਸੀ। ਠੀਕ ਹੈ ਜੀ, ਤੁਹਾਨੂੰ ਪਤਾ ਹੀ ਹੋਊਗਾ। ਐਂਡ ਅੱਜ ਆਪਾਂ ਕੁਝ ਟਾਈਪਸ ਡਿਸਕਸ ਕਰਾਂਗੇ ਜੋ ਪ੍ਰੋਸੈਸਸ ਦੇ ਟਾਈਪਸ ਹੈ। ਟਾਈਪਸ ਆਫ ਪ੍ਰੋਸੈਸਸ। ਕਲੀਅਰ। ਦੇਖੋ ਇਹ ਹੁੰਦਾ ਕੀ ਹੈ, ਥਰਮੋਡਾਇਨਾਮਿਕਸ ਦਾ ਮਤਲਬ ਮੈਂ ਕੀ ਦੱਸਿਆ ਸੀ, ਚੇਂਜ ਹੋਣਾ। ਠੀਕ ਹੈ ਜੀ, ਕਿਸੇ ਦੇ ਵਿੱਚ ਵੀ ਕੀ ਆਣਾ, ਚੇਂਜ ਆਣਾ। ਤਾਂ ਪ੍ਰੋਸੈਸ ਦਾ ਮਤਲਬ ਕੀ ਹੈ, ਕੋਈ ਵੀ ਉਹ ਪਾਥ ਲਾ ਲਓ। ਪ੍ਰੋਸੈਸ ਦਾ ਮਤਲਬ ਕੀ ਹੈ, ਰਸਤਾ ਜਾਂ ਪਾਥ ਜਾਂ ਆਪਰੇਸ਼ਨ ਜਿਹਦੇ ਨਾਲ ਕੀ ਹੈ ਸਿਸਟਮ ਕੀ ਹੋ ਜਾਂਦਾ, ਚੇਂਜ ਹੋ ਜਾਂਦਾ। ਸਿਸਟਮ ਕੀ ਹੋ ਜਾਂਦਾ, ਚੇਂਜ ਹੋ ਜਾਂਦਾ ਇੱਕ ਤੋਂ ਦੂਸਰੇ ਦੇ ਵਿੱਚ, ਤਾਂ ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪ੍ਰੋਸੈਸ ਕਹਿ ਦਿੰਦੇ ਹਾਂ। ਪ੍ਰੋਸੈਸ ਦੇ ਵਿੱਚ ਨਾਲ ਕੀ ਆ ਜਾਂਦਾ, ਐਕਸਚੇਂਜ। ਕਿਸ ਚੀਜ਼ ਦਾ ਐਕਸਚੇਂਜ ਹੋਣਾ, ਐਕਸਚੇਂਜ ਮੈਟਰ ਦੇ ਵਿੱਚ ਹੋਣਾ, ਐਕਸਚੇਂਜ ਆਫ ਮੈਟਰ ਐਂਡ ਐਨਰਜੀ। ਇਹਨਾਂ ਦੋਨਾਂ ਦੇ ਵਿੱਚ ਜਦੋਂ ਐਕਸਚੇਂਜ ਹੁੰਦਾ ਕਿ ਕਿਸ ਦੇ ਥਰੂ ਹੋਊਗਾ ਇਹ ਐਕਸਚੇਂਜ ਆਫ ਮੈਟਰ ਤੇ ਐਨਰਜੀ, ਕਿਸ ਦੇ ਥਰੂ, ਬਿਟਵੀਨ ਸਿਸਟਮ ਐਂਡ ਸਰਾਊਂਡਿੰਗ। ਸਿਸਟਮ ਤੇ ਸਰਾਊਂਡਿੰਗ ਦੇ ਵਿਚਕਾਰ ਜਦੋਂ ਕੀ ਆਉਂਦਾ, ਕੋਈ ਚੇਂਜ ਆ ਜਾਂਦਾ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪ੍ਰੋਸੈਸ ਕਹਿ ਦਿੰਦੇ ਹਾਂ। ਕਲੀਅਰ, ਠੀਕ ਹੈ ਜੀ, ਸਮਝ ਆਇਆ। ਜਿਵੇਂ ਹੁਣ ਅਗਰ ਮੈਂ ਗੱਲ ਕਰਾਂ ਕੋਈ ਨਾ ਕੋਈ ਸਟੇਟ ਕੀ ਹੋਣੀ ਚਾਹੀਦੀ ਹੈ, ਚੇਂਜ ਹੋਣੀ ਚਾਹੀਦੀ ਹੈ। ਜਿਵੇਂ ਹੁਣ ਮੈਂ ਗੱਲ ਕਰਾਂ ਆਈਸ ਤੋਂ ਕੀ ਬਣ ਜਾਂਦਾ ਹੈ, ਵਾਟਰ। ਐਂਡ ਵਾਟਰ ਤੋਂ ਕੀ ਬਣ ਜਾਂਦਾ ਹੈ, ਆਈਸ ਬਣ ਜਾਂਦੀ ਹੈ 0 ਡਿਗਰੀ ਸੈਲਸੀਅਸ 'ਤੇ। ਇਹ ਕੀ ਰਹਿੰਦੇ ਨੇ, ਮਤਲਬ ਇਸ ਦਾ ਮਤਲਬ ਕੀ ਹੈ, ਇਕੁਇਲਿਬਰੀਅਮ ਦੇ ਵਿੱਚ ਰਹਿੰਦੇ ਨੇ। ਇੱਕ ਪਰਟੀਕੂਲਰ ਸਟੇਟ ਦੇ ਵਿੱਚ ਕੀ ਹੈ, ਇਕੁਇਲਿਬਰੀਅਮ ਦੇ ਵਿੱਚ ਰਹਿੰਦੇ ਹੈ। ਬਟ ਇਹਨਾਂ ਦੀ ਸਟੇਟ ਕੀ ਹੋ ਰਹੀ ਹੈ, ਚੇਂਜ ਹੋ ਰਹੀ ਹੈ। ਸਟੇਟ ਕੀ ਹੈ, ਚੇਂਜ ਹੋ ਰਹੀ ਹੈ। ਕਿਉਂਕਿ ਜੋ ਆਪਣੇ ਕੋਲ ਆਈਸ ਹੈ ਇਹ ਕੀ ਹੈ, ਸੋਲਿਡ ਇਨ ਨੇਚਰ ਹੈ। ਐਂਡ ਜੋ ਵਾਟਰ ਹੈ ਇਹ ਕੀ ਹੈ, ਲਿਕੁਇਡ ਹੈ। ਤਾਂ ਇਸ ਦਾ ਮਤਲਬ ਸਟੇਟ ਕੀ ਹੋ ਰਹੀ ਹੈ, ਆਪਣੇ ਕੋਲ ਚੇਂਜ ਹੋ ਰਹੀ ਹੈ। ਬਟ ਜੋ ਥਰਮੋਡਾਇਨਾਮਿਕ ਪ੍ਰੋਪਰਟੀਜ਼ ਹੈ ਉਹ ਕੀ ਰਹਿ ਰਹੀਆਂ ਨੇ, ਆਪਣੇ ਕੋਲ ਸੇਮ ਰਹਿ ਰਹੀਆਂ ਨੇ। ਠੀਕ ਹੈ ਜੀ, ਡਿਸਕਸ ਕਰਦੇ ਹਾਂ ਕੁਝ ਕਾਮਨ ਪ੍ਰੋਸੈਸਿਸ ਨੂੰ। ਫਸਟ ਆਪਣੇ ਕੋਲ ਕੀ ਹੈ, ਆਈਸੋਥਰਮਲ ਪ੍ਰੋਸੈਸ। ਫਸਟ ਵਨ ਇਜ਼ ਆਈਸੋਥਰਮਲ ਪ੍ਰੋਸੈਸ। ਕਲੀਅਰ। ਦੇਖੋ ਆਈਸੋ ਦਾ ਮਤਲਬ ਕੀ ਹੁੰਦਾ, ਕਾਫੀ ਵਾਰ ਯੂਜ਼ ਕਰਾਂਗੇ ਆਪਾਂ ਸੇਮ। ਥਰਮਲ ਦਾ ਮਤਲਬ ਕੀ ਹੁੰਦਾ, ਟੈਂਪਰੇਚਰ। ਜਦੋਂ ਟੈਂਪਰੇਚਰ ਕੀ ਰਹੂਗਾ, ਸੇਮ ਰਹੂਗਾ, ਟੈਂਪਰੇਚਰ ਕੀ ਰਹੂਗਾ, ਕੌਨਸਟੈਂਟ ਰਹੂਗਾ, ਉਹ ਪ੍ਰੋਸੈਸ ਦੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਟੈਂਪਰੇਚਰ ਕੀ ਰਹੂਗਾ, ਆਪਣਾ ਕੌਨਸਟੈਂਟ ਰਹੂਗਾ। ਟੈਂਪਰੇਚਰ ਕੌਨਸਟੈਂਟ ਹੈ, ਇਸ ਦਾ ਮਤਲਬ ਤਾਂ ਇਸ ਦੇ ਵਿੱਚ ਜੋ ਚੇਂਜ ਇਨ ਹੀਟ ਆਊਗਾ, ਮੀਨਸ ਜੋ ਡੈਲਟਾ ਟੀ ਹੈ ਉਹ ਕਿਸ ਦੇ ਇਕੁਅਲ ਆ ਜਾਊਗਾ, 0 ਦੇ ਇਕੁਅਲ ਆ ਜਾਊਗਾ। ਡੈਲਟਾ ਟੀ ਕਿਸ ਦੇ ਇਕੁਅਲ ਆ ਜਾਊਗਾ, 0 ਦੇ ਇਕੁਅਲ ਆ ਜਾਊਗਾ। ਠੀਕ ਹੈ, ਇਹਦਾ ਮਤਲਬ ਜਦੋਂ ਆਪਾਂ ਹੀਟ ਸਪਲਾਈ ਕਰਾਂਗੇ, ਹੀਟ ਕੀ ਕਰਾਂਗੇ, ਸਪਲਾਈ ਕਰਾਂਗੇ ਕਿਸ ਨੂੰ, ਸਿਸਟਮ ਨੂੰ, ਤਾਂ ਉਸਦਾ ਜੋ ਅਗਰ ਆਪਾਂ ਗੱਲ ਕਰੀਏ ਹੀਟ ਇਜ਼ ਆਈਦਰ ਸਪਲਾਈਡ ਟੂ ਸਿਸਟਮ ਔਰ ਰਿਮੂਵਡ ਫਰੋਮ ਇਟ, ਜਾਂ ਫਿਰ ਕੀ ਕਰ ਦਾਂਗੇ ਆਪਾਂ, ਰਿਮੂਵ ਕਰ ਦਾਂਗੇ ਕਿਸ ਨੂੰ, ਹੀਟ ਨੂੰ, ਕਿੱਥੋਂ, ਸਿਸਟਮ ਦੇ ਵਿੱਚੋਂ। ਉਸ ਨੂੰ ਆਪਾਂ ਕੀ ਬੋਲਦੇ ਹਾਂ, ਆਈਸੋਥਰਮਲ ਪ੍ਰੋਸੈਸ ਬੋਲਦੇ ਹਾਂ। ਸੈਕਿੰਡ ਵਨ ਹੈ ਅਗਰ ਮੈਂ ਗੱਲ ਕਰਾਂ, ਸੈਕਿੰਡ ਹੈ ਐਡੀਆਬੈਟਿਕ ਪ੍ਰੋਸੈਸ। ਐਡੀਆਬੈਟਿਕ ਪ੍ਰੋਸੈਸ। ਦੇਖੋ ਐਡੀਆਬੈਟਿਕ ਪ੍ਰੋਸੈਸ ਕੀ ਹੁੰਦਾ, ਹੁਣ ਅਗਰ ਆਪਾਂ ਗੱਲ ਕਰੀਏ
ਇਹਦੇ ਵਿੱਚ ਵੀ ਇਹ ਪ੍ਰੋਸੈਸ ਹੈ ਜਿਸ ਦੇ ਵਿੱਚ ਕੀ ਹੈ ਹੀਟ ਐਕਸਚੇਂਜ ਨਹੀਂ ਹੁੰਦੀ। ਕਲੀਅਰ, ਇਸ ਦਾ ਮਤਲਬ ਇਸ ਦੇ ਵਿੱਚ ਕੀ ਹੈ ਹੀਟ ਐਕਸਚੇਂਜ ਨਹੀਂ ਹੋਊਗੀ। ਇਸ ਦਾ ਮਤਲਬ ਕੀ ਹੋਇਆ ਅਗਰ ਹੀਟ ਐਕਸਚੇਂਜ ਨਹੀਂ ਹੋ ਰਹੀ, ਮਤਲਬ ਟਰਾਂਸਫਰ ਆਫ ਹੀਟ ਕਿੰਨਾ ਹੋ ਗਿਆ ਜ਼ੀਰੋ। ਟਰਾਂਸਫਰ ਆਫ ਹੀਟ, ਹੀਟ ਦਾ ਟਰਾਂਸਫਰ ਕਿੰਨਾ ਹੋ ਗਿਆ ਆਪਣੇ ਕੋਲ ਜ਼ੀਰੋ ਹੋ ਗਿਆ। ਕਲੀਅਰ, ਇਸ ਦਾ ਮਤਲਬ ਅਗਰ ਮੈਂ ਗੱਲ ਕਰਾਂ ਨਾ ਤਾਂ ਹੀਟ ਐਂਟਰ ਕਰੂਗੀ, ਨਾਈਦਰ ਹੀਟ ਐਂਟਰ, ਨਾ ਤਾਂ ਹੀਟ ਐਂਟਰ ਕਰੂਗੀ ਨਾ ਹੀ ਹੀਟ ਕੀ ਹੈ ਸਿਸਟਮ ਨੂੰ ਲੀਵ ਕਰੂਗੀ, ਛੋੜੂਗੀ। ਕਿਸ ਦੇ ਵਿੱਚ? ਸਿਸਟਮ ਦੇ ਵਿੱਚ। ਠੀਕ ਹੈ ਜੀ, ਨਾ ਤਾਂ ਹੀਟ ਕੀ ਕਰ ਰਹੀ ਹੈ ਲੀਵ ਕਰ ਰਹੀ ਹੈ, ਉਸਨੂੰ ਛੋੜ ਰਹੀ ਹੈ, ਨਾ ਹੀ ਐਂਟਰ ਕਰ ਰਹੀ ਹੈ ਉਸ ਦੇ ਵਿੱਚ। ਉਹ ਕੀ ਰਹਿ ਰਹੀ ਹੈ ਅਗਰ ਆਪਾਂ ਗੱਲ ਕਰੀਏ ਮਤਲਬ ਹੀਟ ਦਾ ਐਕਸਚੇਂਜ ਨਹੀਂ ਹੋ ਰਿਹਾ। ਠੀਕ ਹੈ ਜੀ, ਉਸ ਦੇ ਵਿੱਚ ਟੈਂਪਰੇਚਰ ਕਾਂਸਟੈਂਟ ਸੀ ਆਈਸੋਥਰਮਲ ਦੇ ਵਿੱਚ, ਐਂਡ ਐਡੀਆਬੈਟਿਕ ਦੇ ਵਿੱਚ ਕੀ ਹੈ ਟਰਾਂਸਫਰ ਆਫ ਹੀਟ ਕੀ ਹੋ ਜਾਊਗਾ ਆਪਣੇ ਕੋਲ ਜ਼ੀਰੋ ਹੋ ਜਾਊਗਾ। ਕਲੀਅਰ, ਆਈ ਹੋਪ ਤੁਹਾਨੂੰ ਇਹ ਚੀਜ਼ ਕੀ ਹੈ ਕਲੀਅਰ ਹੋ ਚੁੱਕੀ ਹੈ। ਇਸ ਦਾ ਮਤਲਬ ਕਿਉਂ ਕੀ ਹੋ ਗਿਆ ਜ਼ੀਰੋ, ਕਿਉਂ ਦਾ ਮਤਲਬ ਕੀ ਹੁੰਦਾ ਆਪਣੇ ਕੋਲ ਹੀਟ, ਹੀਟ ਕੀ ਹੋ ਜੂਗੀ ਆਪਣੇ ਕੋਲ ਜ਼ੀਰੋ ਹੋ ਜੂਗੀ। ਠੀਕ ਹੈ ਜੀ, ਮੇਨਲੀ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਐਡੀਆਬੈਟਿਕ ਦੇ ਵਿੱਚ ਥਰਮਲੀ ਜੋ ਇੰਸੂਲੇਟਡ ਹੁੰਦੇ ਆ, ਇੰਸੂਲੇਟਡ ਹੁੰਦੇ ਆ ਕਿਸ ਤੋਂ ਸਰਾਊਂਡਿੰਗ ਦੇ ਵਿੱਚੋਂ, ਉਹ ਕੀ ਆ ਜਾਂਦੇ ਨੇ ਇਸ ਦੀਆਂ ਐਗਜ਼ਾਮਪਲਸ ਆ ਜਾਂਦੀਆਂ, ਉਹਨਾਂ ਨੂੰ ਕੀ ਕਹਿ ਦਿੰਦੇ ਆ ਆਪਾਂ ਐਡੀਆਬੈਟਿਕ ਕਹਿ ਦਿੰਦੇ ਆ। ਕਲੀਅਰ, ਨੈਕਸਟ ਆਪਾਂ ਥਰਡ ਦੀ ਗੱਲ ਕਰਾਂਗੇ। ਥਰਡ ਵਨ ਇਜ਼ ਆਈਸੋਬਾਰਿਕ। ਆਈਸੋਬਾਰਿਕ, ਆਈਸੋ ਦਾ ਮਤਲਬ ਕੀ ਹੁੰਦਾ ਸੇਮ, ਬਾਰ ਕਿਸ ਦੀ ਯੂਨਿਟ ਹੈ ਪ੍ਰੈਸ਼ਰ ਦੀ ਯੂਨਿਟ ਹੈ, ਮਤਲਬ ਪ੍ਰੈਸ਼ਰ ਜਿਸ ਦਾ ਕੀ ਹੋਵੇ ਜੋ ਪ੍ਰੈਸ਼ਰ ਹੈ ਉਹ ਕੀ ਰਵੇ ਕਾਂਸਟੈਂਟ ਰਵੇ, ਸੇਮ ਰਵੇ, ਚੇਂਜ ਨਾ ਹੋਵੇ, ਉਸ ਨੂੰ ਆਪਾਂ ਕੀ ਕਹਿ ਦਿੰਦੇ ਆ ਆਈਸੋਬੈਰਿਕ। ਮੀਨਸ ਚੇਂਜ ਇਨ ਪ੍ਰੈਸ਼ਰ ਇਜ਼ ਇਕੁਅਲ ਟੂ ਜ਼ੀਰੋ, ਕਿਉਂਕਿ ਇਕੱਲਾ ਪ੍ਰੈਸ਼ਰ ਕੀ ਆਪਣੇ ਕੋਲ ਕਾਂਸਟੈਂਟ ਹੈ, ਤੇ ਜਦੋਂ ਉਸ 'ਚ ਚੇਂਜ ਆਊਗਾ ਤਾਂ ਉਹ ਕਿਸ ਦੇ ਇਕੁਅਲ ਆ ਜਾਂਦਾ ਹੈ ਜ਼ੀਰੋ ਦੇ ਇਕੁਅਲ ਆ ਜਾਂਦਾ ਹੈ। ਕਲੀਅਰ, ਫੋਰਥ ਅਗਰ ਮੈਂ ਗੱਲ ਕਰਾਂ ਫੋਰਥ ਵਨ ਇਜ਼ ਆਈਸੋਕੋਰਿਕ ਪ੍ਰੋਸੈਸ। ਆਈਸੋਕੋਰਿਕ ਪ੍ਰੋਸੈਸ ਦਾ ਕੀ ਮਤਲਬ ਹੈ, ਦੇਖੋ ਆਈਸੋ ਦਾ ਮਤਲਬ ਕੀ ਹੁੰਦਾ ਹੈ ਸੇਮ, ਕੋਰਿਕ ਦੀ ਅਗਰ ਮੈਂ ਗੱਲ ਕਰਾਂ ਵੋਲਿਊਮ, ਕੋਰਿਕ ਦਾ ਮਤਲਬ ਕੀ ਹੈ ਵੋਲਿਊਮ, ਜਿਸ ਦੇ ਵਿੱਚ ਕੀ ਹੈ ਵੋਲਿਊਮ ਕੀ ਰਵੇ ਸੇਮ, ਮਤਲਬ ਵੋਲਿਊਮ ਕੀ ਰਵੇ ਆਪਣੇ ਕੋਲ ਕਾਂਸਟੈਂਟ ਰਵੇ। ਠੀਕ ਹੈ ਜੀ, ਵੋਲਿਊਮ ਕੀ ਰਵੇ ਕਾਂਸਟੈਂਟ ਰਵੇ, ਉਸਨੂੰ ਕੀ ਬੋਲਦੇ ਆ ਆਈਸੋਕੋਰਿਕ ਪ੍ਰੋਸੈਸ ਬੋਲਦੇ। ਐਂਡ ਇੱਕ ਗੱਲ ਹੋਰ ਦੇਖੋ ਇਸ ਦੇ ਵਿੱਚ ਕੀ ਹੈ ਚੇਂਜ ਇਨ ਵੋਲਿਊਮ ਕੀ ਹੋ ਜਾਊਗਾ ਜ਼ੀਰੋ, ਡੈਲਟਾ ਵੀ ਕਿਸ ਦੇ ਇਕੁਅਲ ਆ ਜਾਊਗਾ ਆਪਣੇ ਕੋਲ ਜ਼ੀਰੋ, ਕਿਸ ਦੇ ਵਿੱਚ ਆਈਸੋਕੋਰਿਕ ਦੇ ਵਿੱਚ। ਆਈ ਹੋਪ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਰਹੀਆਂ ਨੇ। ਠੀਕ ਹੈ ਜੀ, ਨੈਕਸਟ ਆਪਾਂ ਗੱਲ ਕਰਾਂਗੇ ਰਿਵਰਸੀਬਲ ਪ੍ਰੋਸੈਸ ਦੀ। ਸੌਰੀ, देखो रिवर्सीबल प्रोसैस की अगर मैं गल करा, रिवर्सीबल प्रोसैस का मतलब की है जिस दे विच जो डायरैक्शन है वो रिवर्स हो जाए। अगर सिंपली वे दे विच समझना चाहिए तो डायरैक्शन की हो जाए रिवर्स हो जाए, मतलब उस डायरैक्शन दे विच की है वापस कोई चीज़ आ जाए तो उसनों आपां की बोलते हैं रिवर्सड प्रोसैस बोलते हैं। मीनस स्मॉल चेंज इन वेरिएबल, स्मॉल change in variable like temperature, pressure एक्सेट्रा, मतलब इन्हां दे विच थोड़ा जिहा चेंज आवे पर जो ओह की है दोबारा अपनी पोजीशन ते आ जाए, सेम प्रोसैस रिपीट होने लग जाए तो उसनों आपां की बोलते हैं रिवर्सीबल प्रोसैस बोलते हैं। रिवर्स होने लग जाए एक स्टेज तो बाद, एट एनी स्टेज तो बाद की है जो वो प्रोसैस की हो जाऊगा रिवर्स होना शुरू हो जाऊगा तो उसनों की कवांगे आपां रिवर्सीबल प्रोसैस कवांगे। क्लियर। नैक्सट वन इज़ इरिवर्सीबल प्रोसैस।
इरिवर्सिबल प्रोसैस। हाँ जी, इरिवर्सिबल प्रोसैस की हुंदा है? ये प्रोसैस जो रिवर्स ना हो सके, नॉट रिवर्सड, उसनों आपां की कह दिंदे आ? इरिवर्सिबल प्रोसैस। जिन्ने भी आल नैचुरल प्रोसैसिस ने, जिन्नियां भी नैचुरल प्रोसैसिस ने, सारियां की ने? इरिवर्सिबल ने। ऑल नैचुरल प्रोसैसिस इहदे विच की आ जाणगे? एग्जाम्पल जिन्नियां कुदरती रूप दे विच की हुंदियां ने, प्रोसैस हुंदा सारा की अपने कोल इरिवर्सिबल इन नेचर ते। ठीक है जी। नैक्सट वन इज साइक्लिक प्रोसैस। हुण देखो साइक्लिक प्रोसैस की है अपने को? साइक्लिक प्रोसैस का मतलब है प्रोसैस जिहदे विच की है चेंजिस भी आवे बट वो रिटर्न आ जाए टू इट्स ओरिजिनल स्टेट। रिटर्न टू इट्स ओरिजिनल स्टेट। ओरिजिनल स्टेट दे विच की आ जाए, वापिस आ जाए, तो उसनों आपां की बोलते हैं? साइक्लिक प्रोसैस बोलते हैं। क्लीयर? आई होप तुहानूं ये चीज़ां की ने क्लीयर हो चुकी ने। ठीक है जी, समझ आया। नैक्सट आप गल करनी है जो टर्म दी, वो है इंटरनल एनर्जी। इंपॉर्टेंट है भी, इंटरनल एनर्जी। देखो इंटरनल एनर्जी आप रिप्रजेंट करते हैं यू दे नाल। ठीक है जी, इंटरनल एनर्जी किस नाल रिप्रजेंट करते हैं? यू दे नाल। देखो कोई भी सबसटांस है जो किस ते डिपेंड कर रहा है? उसकी क्वांटिटी ते डिपेंड कर रहा है। कोई भी सबसटांस उसकी किस ते डिपेंड कर रहा है? क्वांटिटी ते की कर रहा है? डिपेंड कर रहा है क्वांटिटी ऑफ एनर्जी ते। ठीक है, क्वांटिटी ऑफ एनर्जी ते की कर रहा है? सबसटांस डिपेंड कर रहा है। तो बहुत सारे फैक्टर हो सकते हैं, जिमें टैंपरेचर हो सकता है एनर्जी दे विच, तां प्रैशर हो सकता है। क्लीयर? इस तो अलावा काफ़ी सारे मतलब कि फैक्टर्स हो सकते हैं जिससे की है कोई भी सबसटांस दी एनर्जी की कर दी है? डिपेंड करती है। ठीक है, तो जो इंटरनल एनर्जी है आई यह की होंदी है? सम होंदी है ऑल एनर्जी दा, सम ऑफ ऑल फॉर्म ऑफ एनर्जीज, जिन्ने तरह दियां भी की होंदियां ने एनर्जीज प्रेजेंट होंदियां ने, उन्हां दे सम नूं आपां की कह दिंदे आ? इंटरनल एनर्जी कह दिंदे आ। जो किस दे विच स्टोर होंदियां ने? एटम्स दे विच, मॉलिक्यूल्स दे विच की होंदियां ने? स्टोर होंदियां ने। उन्हां नूं आपां की कह दिंदे आ? इंटरनल एनर्जी कह दिंदे आ। ठीक है, तो इसका मतलब होर की लिख सकते हैं? इंटरनल एनर्जी किस दे इक्वल हो सकती है? काइनेटिक एनर्जी प्लस पोटेंशियल एनर्जी दे। दोनों नूं जदों मिलावांगे तो अपने कोल की आ जाती है? इंटरनल एनर्जी आ जाती है। ठीक है, क्लीयर होया? आई होप तुहानूं ये चीज़ की है क्लीयर हो चुकी है। ठीक है जी, नैक्सट गल करांगे। नैक्सट वन है अपने कोल लाज ऑफ कंजरवेशन, या की बोल देंगे ने फर्स्ट लॉ ऑफ थर्मोडायनामिक्स। की बोल देंगे है? जस्ट अ सेकेंड, बोर्ड रुक गया। फर्स्ट लॉ ऑफ थर्मोडायनामिक्स। देखो फर्स्ट लॉ ऑफ थर्मोडायनामिक्स की कह देंगे ने? कहते जो अपने को टोटल एनर्जी प्रेजेंट है यूनीवर्स के विच, कहते ये प्रेजेंट है या तो इन द फॉर्म ऑफ काइनेटिक एनर्जी या इन द फॉर्म ऑफ पोटेंशियल एनर्जी। एवं लिखते हैं ना, दोनों का सम काइनेटिक एनर्जी प्लस पोटेंशियल एनर्जी। कहते अपने को यूनीवर्स के विच प्रेजेंट है। कहते जो कोई फिजिकल चेंज आता है या फिर की आ जाता है अपने को कोई कैमिकल चेंज आता है, कोई भी फिजिकल चेंज या कैमिकल चेंज आ जाता है, तो एनर्जी की हो जाती है? कन्वर्ट हो जाती है। एनर्जी कन्वर्ट हो जाती है वन फॉर्म टू अनदर, मतलब दूसरी फॉर्म दे विच की हो जाती है? कन्वर्ट हो जाती है। जिवें हुण अगर मैं गल करा, कहते जो वाटर है इसनों किस दे विच की किया जाता है? स्टोर किया जाता है किस दे विच? जो डैम्स हुंदे ने, जो की पोजैस करते हैं? पोटेंशियल एनर्जी, क्योंकि यह एक सर्टेन हाइट ते प्रेजेंट होंदे ने। पोटेंशियल एनर्जी का मतलब की हुंदा है? हाइट ते की हो जाना? प्रेजेंट हो जाना।
क्लीयर। सिमिलरली जो फिर यही वाटर की करता है, फॉल करता है, गिरदा है, किस तां यह जो फॉल मतलब कितों भी जिमें माउंटेन्स तो जो आ पोटेंशियल एनर्जी है कन्वर्ट हो जाती है किस दे विच, कैनाइटिक एनर्जी दे विच। तां एक फॉर्म दे विच की हो जाना, कन्वर्जन आ जाना। क्लीयर। फिर आह जो कैनाइटिक एनर्जी है इस दी वजह नाल, कैनाइटिक एनर्जी की वजह नाल की है जो टरबाइनस ने वो रोटेट होणगियां, जिस दे नाल की प्रोड्यूस होंदी है अपने कोल, इलैक्ट्रिसिटी प्रोड्यूस होंदी है। क्लीयर। तो जो जिन्ने भी सर्कल चलते हैं ना तो ये कोई ना कोई चीज़ ते की करते हैं, डिपेंड करते हैं। देखो हुण जो पोटेंशियल एनर्जी कैनाइटिक एनर्जी दे विच की हुई है, कन्वर्ट हुई है। पोटेंशियल एनर्जी किस दे विच कन्वर्ट हुई है, कैनाइटिक एनर्जी दे विच कन्वर्ट हुई है। तो इस दे विच की है जो टोटल एनर्जी है वो की रह जाएगी, कंजर्व। वो की है, चेंज नहीं होगी, वो की रहूगी, सेम रहूगी। बस पोटेंशियल एनर्जी एक फॉर्म दे विच जिहड़ी एनर्जी सी वो दूसरे फॉर्म दे विच की होगी, कन्वर्ट होगी। जो टोटल एनर्जी सी वो की रहेगी, कॉन्स्टेंट रहेगी। क्लीयर। तो इसनों की लिख सकते हैं, डेफिनेशन की है, एनर्जी फर्स्ट ला दी, कैन नाइदर created nor destroy but it can convert one form to another। क्लियर। तो इसका मतलब की है जो एनर्जी है ना तो ये क्रिएट हो सकती है ना ही ये डिस्ट्रॉय हो सकती है, बट इसनों आपां की कर सकते हैं, कन्वर्ट कर सकते हैं एक फॉर्म तो दूसरी फॉर्म दे विच। उसनों आपां की कह दिंदे आ, एनर्जी कह दिंदे आ। ठीक है जी। सॉरी, लॉ ऑफ कंजरवेशन ऑफ एनर्जी कह दिंदे आ, या फर्स्ट लॉ ऑफ थर्मोडायनामिक्स कह दिंदे आ, जिहदे विच मेनली की कहना चाहते हैं जो अपनी टोटल एनर्जी है ये तो कॉन्स्टेंट रहूगी, कंजर्व रहूगी, इस दे विच कोई चेंज नहीं आऊगा। जो अपने कोई भी एनर्जी है वो दूसरी एनर्जी दे विच की हो जूगी, कन्वर्ट हो जूगी। ठीक है जी। वो की आ जूगा, उस दे विच चेंज आ जूगा। इसनों आपां की बोलते हैं, फर्स्ट लॉ ऑफ थर्मोडायनामिक्स। क्लियर। देखो हुण अगर इहदा मैथमेटिकल करना चाहिए, मैथमेटिकल एक्सप्रैशन करना चाहिए तो इस दे विच देखो मेन की आ जाता है कि जो इंटरनल एनर्जी, एक केस लै लैंदे जिहदे विच की है स्टेट दे विच चेंज आया। स्टेट दे विच चेंज किवें आया, जदों आपां की कर रहे हैं, जो अपने कोल वर्क डन है वर्क करके या की है हीट नू ट्रांसफर करके, हीट नू ट्रांसफर करके। क्लियर। तो इस दे विच देखो जो इंटरनल एनर्जी है मीनस अपने कोल यू है, ये दो तरह नाल की हो सकती है, चेंज हो सकती है। या तो हीट फ्लो करूगी इनटू द सिस्टम अंदर वाल नू, या अगर मैं गल करा आउट ऑफ द सिस्टम बाहर वाल नू। एक तो अपने कोल यह रीजन है। सैकेंड वन अपने कोल की है, इंटरनल एनर्जी चेंज किवें होगी जो तो वर्क डन ऑन द सिस्टम होगा, या फिर बाय द सिस्टम। क्लियर। ये दो तरीक़े नाल की है इंटरनल एनर्जी दे विच की आऊगा, चेंज आऊगा। तो देखो तो इस तो आपने वैसे इसकी डेरीवेशन है वो करन दी ज़रूरत नहीं है। दो फॉर्मूले बननगे, डेल्टा यू इज़ इक्वल टू क्यू प्लस डब्ल्यू। की मतलब है इसका, चेंज इन इंटरनल एनर्जी किस दे इक्वल है, हीट एडेड टू सिस्टम
ਹੀਟ ਜੋ ਸਿਸਟਮ ਦੇ ਵਿੱਚ ਐਡ ਕੀਤੀ ਗਈ ਹੈ, ਐਡ ਟੂ ਸਿਸਟਮ। ਕਲੀਅਰ। ਸੈਕਿੰਡ ਵਨ ਕੀ ਹੈ, ਵਰਕ ਡਨ। ਜੋ W ਹੈ ਇਹ ਕੀ ਰਿਪਰੈਜ਼ੈਂਟ ਕਰ ਰਿਹਾ ਆਪਣੇ ਕੋਲ, ਵਰਕ ਡਨ ਔਨ ਦ ਸਿਸਟਮ, ਔਨ ਦ ਸਿਸਟਮ। ਕਲੀਅਰ। ਤਾਂ ਇੱਕ ਤਾਂ ਇਹ ਰਿਲੇਸ਼ਨਸ਼ਿਪ ਸ਼ੋ ਕਰ ਰਿਹਾ ਜਦੋਂ ਵਰਕ ਡਨ ਹੋ ਰਿਹਾ, ਔਨ ਦ ਸਿਸਟਮ ਹੋ ਰਿਹਾ, ਹੀਟ ਸਿਸਟਮ ਦੇ ਵਿੱਚ ਐਡ ਕੀਤੀ ਜਾ ਰਹੀ ਹੈ, ਤਾਂ ਚੇਂਜ ਕੀ ਆ ਰਿਹਾ, ਇੰਟਰਨਲ ਐਨਰਜੀ ਦੇ ਵਿੱਚ ਡੈਲਟਾ ਯੂ। ਕਲੀਅਰ। ਇੱਕ ਇਸ ਦੇ ਵਿੱਚ ਰਿਲੇਸ਼ਨ ਬਣਦਾ ਡੈਲਟਾ ਯੂ ਇਜ਼ ਇਕੁਅਲ ਟੂ ਕਿਊ ਮਾਈਨਸ ਡਬਲਿਊ। ਠੀਕ ਹੈ, ਇਹ ਤਾਂ ਚੇਂਜ ਇਨ ਇੰਟਰਨਲ ਐਨਰਜੀ ਹੈ ਯੂ ਤਾਂ। ਕਿਊ ਆਪਣੇ ਕੋਲ ਕੀ ਹੈ, ਹੀਟ ਐਡਡ ਟੂ ਸਿਸਟਮ ਹੀ ਹੈ। ਹੁਣ ਇੱਥੇ ਜੋ ਆਪਾਂ ਨੇ ਨੈਗੇਟਿਵ ਵਰਕ ਡਨ ਲਿਆ, ਇਹ ਕੀ ਰਿਪਰੈਜ਼ੈਂਟ ਕਰ ਰਿਹਾ ਆਪਣੇ ਕੋਲ ਕਿ ਵਰਕ ਡਨ ਬਾਏ ਦ ਸਿਸਟਮ, ਵਰਕ ਡਨ ਬਾਏ ਦ ਸਿਸਟਮ, ਬਾਏ ਦ ਸਿਸਟਮ। ਕਲੀਅਰ। ਤਾਂ ਇਸ ਦੇ ਵਿੱਚ ਕੀ ਹੈ, ਅਗਰ ਕਿਊ ਕੀ ਹੈ ਆਪਣੇ ਕੋਲ ਅਮਾਊਂਟ ਆਫ ਹੀਟ ਹੈ ਜੋ ਇੱਕ ਸਿਸਟਮ ਦੇ ਵਿੱਚ ਆਪਾਂ ਨੇ ਕੀ ਕੀਤੀ ਹੈ, ਐਡ ਕੀਤੀ ਗਈ ਹੈ, ਐਂਡ W ਕੀ ਹੈ, ਵਰਕ ਡਨ ਹੈ ਜੋ ਬਾਏ ਦ ਸਿਸਟਮ ਹੋ ਰਿਹਾ, ਤਾਂ ਇੰਟਰਨਲ ਐਨਰਜੀ ਦੇ ਵਿੱਚ ਚੇਂਜ ਕਿੰਨਾ ਬਣ ਜਾਊਗਾ, ਡੈਲਟਾ ਯੂ ਇਜ਼ ਇਕੁਅਲ ਟੂ ਕਿਊ ਮਾਈਨਸ W। ਕਲੀਅਰ। ਤਾਂ ਹੁਣ ਦੇਖੋ ਇਹ ਆਪਾਂ ਨੂੰ ਕੀ ਦੇ ਰਹੇ ਨੇ, ਰਿਲੇਸ਼ਨਸ਼ਿਪ ਦੇ ਰਹੇ ਨੇ ਦੋਨੋਂ ਜੋ ਆਪਾਂ ਨੇ ਇਹ ਫਾਰਮੂਲਾਜ਼ ਕੀਤੇ ਹੈ, ਰਿਲੇਸ਼ਨਸ਼ਿਪ ਦੇ ਰਹੇ ਆਪਣੇ ਕੋਲ ਇੰਟਰਨਲ ਐਨਰਜੀ ਦੇ ਵਿੱਚ, ਵਰਕ ਡਨ ਦੇ ਵਿੱਚ ਐਂਡ ਹੀਟ ਐਨਰਜੀ ਦੇ ਵਿੱਚ। ਠੀਕ ਹੈ ਜੀ, ਜੋ ਕਿਸ ਨੂੰ ਸਟੇਟ ਕਰਦੇ ਆ, ਆਪਣੇ ਫਸਟ ਲਾ ਆਫ ਥਰਮੋਡਾਇਨਾਮਿਕਸ ਨੂੰ, ਫਸਟ ਲਾ ਆਫ ਥਰਮੋਡਾਇਨਾਮਿਕਸ ਨੂੰ। ਠੀਕ ਹੈ ਜੀ, ਕਲੀਅਰ ਹੋਇਆ। ਅਗਰ ਮੈਂ ਆਈਸੋਥਰਮਲ ਦੀ ਗੱਲ ਕਿਸ ਦੇ ਵਿੱਚ ਕਰਦੀ ਹਾਂ, ਆਈਸੋਥਰਮਲ ਦੀ ਗੱਲ ਕਰਾਂ, ਫॉर ਆਈਸੋਥਰਮਲ, ਆਈਸੋਥਰਮਲ ਦਾ ਮਤਲਬ ਕਿਸੇ ਟੈਂਪਰੇਚਰ ਕਾਂਸਟੈਂਟ ਮੀਨਸ ਡੈਲਟਾ ਟੀ, ਚੇਂਜ ਇਨ ਟੈਂਪਰੇਚਰ ਕਾਂਸਟੈਂਟ 0 ਦੇ ਇਕੁਅਲ ਆ ਗਿਆ, ਸੌਰੀ। ਇਨ ਆਈਡੀਅਲ ਗੈਸ ਦੇ ਵਿੱਚ, ਇਨ ਆਈਡੀਅਲ ਗੈਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਉਹ ਕਿੰਨਾ ਹੋ ਜਾਂਦਾ ਐਕਸਪ੍ਰੈਸ਼ਨ, ਕੀ ਬਣੂਗਾ, ਡੈਲਟਾ ਯੂ ਕੀ ਆ ਜਾਊਗਾ ਆਪਣੇ ਕੋਲ 0, ਡੈਲਟਾ ਯੂ ਕਿਸ ਦੇ ਇਕੁਅਲ ਆ ਜਾਊਗਾ, 0 ਦੇ ਇਕੁਅਲ ਆ ਜਾਊਗਾ। ਕਿਉਂ, ਕਿਉਂਕਿ ਵਰਕ ਡਨ ਵੀ ਇਸ ਦੇ ਵਿੱਚ ਕੀ ਹੋ ਰਿਹਾ, 0, ਐਂਡ ਹੀਟ ਵੀ ਕਿੰਨੀ ਹੈ ਆਪਣੇ ਕੋਲ 0, ਤਾਂ ਚੇਂਜ ਇਨ ਇੰਟਰਨਲ ਐਨਰਜੀ ਵੀ ਕੀ ਆ ਜਾਊਗਾ 0। ਫॉर ऑल ਆਈਸੋਥਰਮਲ ਪ੍ਰੋਸੈਸ ਦੇ ਲਈ ਇਹ ਕੰਡੀਸ਼ਨ ਲਾਗੂ ਹੋਊਗੀ, ਐਂਡ ਐਜ਼ ਵੈਲ ਐਜ਼ ਇਰਰੀਵਰਸੀਬਲ ਦੇ ਲਈ ਵੀ, ਇਰਰੀਵਰਸੀਬਲ ਦੇ ਲਈ ਵੀ ਇਹ ਸਭ ਕੀ ਹੈ, ਕੰਡੀਸ਼ਨ ਅਪਲਾਈ ਹੋਊਗੀ। ਕਲੀਅਰ। ਆਈ ਹੋਪ ਤੁਹਾਨੂੰ ਇਹ ਚੀਜ਼ ਕੀ ਹੈ, ਕਲੀਅਰ ਹੋ ਚੁੱਕੀ ਹੈ, ਮੀਨਸ ਫਸਟ ਲਾ ਤੁਹਾਨੂੰ ਕੀ ਹੈ, ਕਲੀਅਰ ਹੋ ਚੁੱਕਿਆ। ਠੀਕ ਹੈ ਜੀ। ਦੇਖੋ ਹੁਣ ਅਗਰ ਮੈਂ ਗੱਲ ਕਰਾਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ, ਕੋਈ ਕੰਟੇਨਰ ਹੈ ਆਪਣਾ ਸਿਸਟਮ ਹੈ, ਠੀਕ ਹੈ। ਸਿਮਿਲਰਲੀ ਮੈਂ ਇਸ ਤਰ੍ਹਾਂ ਨਾਲ ਲੈਣੀ ਹੈ ਸਿਸਟਮ, ਇਹ ਤੁਹਾਨੂੰ ਯਾਦ ਰੱਖਣ ਦੇ ਕੰਮ ਆਊਗਾ। ਠੀਕ ਹੈ, ਹੁਣ ਦੇਖੋ ਇਹਦੇ ਵਿੱਚ ਕੀ ਹੈ, ਹੀਟ ਅਬਜ਼ੋਰਬ ਹੋ ਰਹੀ ਹੈ, ਹੀਟ ਕੀ ਹੋ ਰਹੀ ਹੈ, ਅਬਜ਼ੋਰਬ। ਤਾਂ ਆਪਣੇ ਕੋਲ ਮੀਨਸ ਅਬਜ਼ੋਰਬ ਕਰ ਰਿਹਾ ਇਹ ਜੋ ਸਿਸਟਮ ਹੈ, ਤਾਂ ਕਿਊ ਦੀ ਵੈਲਿਊ ਕੀ ਆ ਗਈ, ਪੋਜ਼ੀਟਿਵ। ਕਲੀਅਰ। ਅਗਰ ਇਹ ਹੀਟ ਕੀ ਕਰ ਰਿਹਾ, ਰਿਲੀਜ਼ ਕਰ ਰਿਹਾ, ਲੀਵ ਕਰ ਰਿਹਾ, ਰਿਲੀਜ਼ ਕਰ ਰਿਹਾ, ਤਾਂ ਇਸ ਦਾ ਮਤਲਬ ਕਿਊ ਕੀ ਹੋ ਗਿਆ, ਇਸ ਦੇ ਵਿੱਚ ਨੈਗੇਟਿਵ ਹੀਟ ਕੀ ਹੋ ਜੂਗੀ, ਨੈਗੇਟਿਵ ਹੋ ਜੂਗੀ। ਸਿਮਿਲਰਲੀ ਵਰਕ ਦੀ ਗੱਲ ਹੈ, ਅਗਰ ਵਰਕ ਡਨ ਆ ਕੋਈ ਸਿਸਟਮ ਹੈ, ਇਸ ਦੇ ਉੱਪਰ ਕੀ ਆਪਾਂ ਨੇ ਕੀ ਹੈ, ਵਰਕ ਡਨ ਹੋ ਰਿਹਾ, ਵਰਕ ਡਨ ਲਗਾਇਆ ਜਾ ਰਿਹਾ ਸਿਸਟਮ 'ਤੇ, ਔਨ ਦ ਸਿਸਟਮ ਹੈ, ਤਾਂ ਇਸ ਦਾ ਮਤਲਬ ਵਰਕ ਡਨ ਕੀ ਹੋ ਜੂਗਾ, ਪੋਜ਼ੀਟਿਵ। ਅਗਰ ਕੀ ਹੈ, ਵਰਕ ਡਨ ਬਾਏ ਦ ਸਿਸਟਮ ਹੈ, ਸਿਸਟਮ ਦੁਆਰਾ ਲਗਾਇਆ ਜਾ ਰਿਹਾ ਬਾਏ ਦ ਸਿਸਟਮ, ਤਾਂ ਵਰਕ ਡਨ ਕਿੰਨਾ ਹੋ ਜੂਗਾ, ਨੈਗੇਟਿਵ ਹੋ ਜੂਗਾ। ਕਲੀਅਰ। ਇਹ ਕੁਝ ਕੀ ਨੇ ਫਾਰਮੂਲਾਜ਼ ਹੈ ਜੋ ਤੁਸੀਂ ਕੀ ਕਰਨੇ ਆ, ਧਿਆਨ ਦੇ ਵਿੱਚ ਰੱਖਣੇ ਆ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਕਰਦੇ ਹਾਂ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ। ਠੀਕ ਹੈ, ਫੀਡਬੈਕ ਜ਼ਰੂਰ ਦਈਓ, ਸ਼ੇਅਰ ਕਰਨਾ ਵੀ ਨਾ ਭੁੱਲਿਓ। ਚੈਨਲ 'ਤੇ ਨਿਊ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਅਗਰ ਨਿਊ ਹੋ। ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਿਓ ਅਗਰ ਹਜੇ ਤੱਕ ਟੈਲੀਗ੍ਰਾਮ ਗਰੁੱਪ ਜੁਆਇਨ ਨਹੀਂ ਕੀਤਾ। ਪਲੀਜ਼ ਕੋਈ ਵੀ ਡਾਊਟ ਹੋਵੇ ਤੁਸੀਂ ਬੇਝਿਜਕ ਕੀ ਆਪਣਾ ਡਾਊਟ ਕਲੀਅਰ ਕਰ ਸਕਦੇ ਹੋ, ਕਮੈਂਟ ਬਾਕਸ ਦੇ ਵਿੱਚ ਪਾ ਦਿਓ। ਕੋਈ ਵੀ ਪੇਡ ਗਰੁੱਪ ਨਹੀਂ ਹੈ, ਪਹਿਲਾਂ ਤਾਂ ਮੈਂ ਇੱਕ ਇਹ ਗੱਲ ਡਾਊਟ ਕਲੀਅਰ ਕਰਦਾ, ਪੇਡ ਗਰੁੱਪ ਨਹੀਂ ਹੈ, ਫੁੱਲ ਫ੍ਰੀ ਕੋਰਸ ਹੈ। ਠੀਕ ਹੈ ਜੀ, ਆਪਾਂ ਫ੍ਰੀ ਕਰ ਰਹੇ ਹਾਂ, ਕੋਈ ਇਹਦਾ ਚਾਰਜਿਸ ਨਹੀਂ ਹੈਗੇ। ਠੀਕ ਹੈ, ਐਂਡ ਪਲੀਜ਼ ਸ਼ੇਅਰ ਕਰਨਾ ਨਾ ਭੁੱਲਿਆ ਕਰੋ।
ਕਲੀਅਰ ਹੋਰ ਕੀ ਸੀ, ਇੱਕ ਆਪਾਂ ਨੇ ETT ਦਾ ਵੀ ਬੈਚ ਸ਼ੁਰੂ ਕੀਤਾ, ਆਪਣੇ ਫਰੈਂਡਸ ਨੂੰ ਸ਼ੇਅਰ ਕਰ ਦਿਓ ਉਹ ਵੀ, ਐਂਡ ਟੈਲੀਗ੍ਰਾਮ ਗਰੁੱਪ 'ਚ ਵੀ ਜੁਆਇਨ ਕਰਵਾ ਦਿਓ। ਥੈਂਕ ਯੂ ਸੋ ਮਚ। ਕੋਈ ਵੀ ਡਾਊਟ ਹੋਏ ਤੁਸੀਂ ਪੁੱਛ ਸਕਦੇ ਹੋ।